ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਆਜ਼ਾਦੀ ਤੋਂ ਬਾਅਦ ਜਿੱਥੇ ਦੇਸ਼ ਨੂੰ ਗਣਤੰਤਰੀ ਰਾਜ ਐਲਾਨਿਆ ਗਿਆ ਸੀ, ਉੱਥੇ ਲਿਖਤੀ ਸੰਵਿਧਾਨ ਵਿੱਚ ਸਾਰੇ ਸ਼ਹਿਰੀਆਂ ਨੂੰ ਇੱਕੋ ਜਿਹੇ ਅਧਿਕਾਰ ਦਿੱਤੇ ਗਏ ਸਨ। ਡੈਂਡੀ ਇਸ ਵਿੱਚ ਧਰਮ, ਜਾਤ ਜਾਂ ਲਿੰਗ ਦਾ ਕੋਈ ਭੇਦਭਾਵ ਨਹੀਂ ਸੀ। ਡੈਂਡੀ ਇੱਕ ਨਿਸ਼ਚਿਤ ਉਮਰ ਤੋਂ ਬਾਅਦ ਸਾਰੇ ਸ਼ਹਿਰੀਆਂ ਨੂੰ ਵੋਟ ਦੇ ਅਧਿਕਾਰ ਦਿੱਤੇ ਗਏ ਸਨ ਤਾਂ ਜੋ ਲੋਕਾਂ ਨੂੰ ਹਰ ਪੱਧਰ ਤੇ ਆਪਣੀ ਸਰਕਾਰ ਚੁਣਨ ਦੀ ਖੁੱਲ੍ਹ ਹੋਵੇ। ਡੈਂਡੀ ਅਜਿਹੀਆਂ ਸਰਕਾਰਾਂ ਜੋ ਦੇਸ਼ ਵਾਸੀਆਂ ਦੀਆਂ ਸਮੁੱਚੀਆਂ ਭਾਵਨਾਵਾਂ ਅਤੇ ਲੋੜਾਂ ਨੂੰ ਸਮਝਦੇ ਹੋਏ ਮੁਲਕ ਦੇ ਵਿਕਾਸ ਲਈ ਪ੍ਰਤੀਬੱਧ ਹੋਣ। ਡੈਂਡੀ ਚਾਹੇ ਸਭ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਮਿਲਣ ਤੋਂ ਬਾਅਦ ਇਹ ਪ੍ਰਭਾਵ ਵੀ ਪਰਪੱਕ ਹੁੰਦਾ ਦਿਖਾਈ ਦਿੰਦਾ ਸੀ ਕਿ ਸਿਆਸਤ ਵਿੱਚ ਅਤੇ ਚੋਣਾਂ ਵਿੱਚ ਆਮ ਲੋਕ ਹਰ ਤਰ੍ਹਾਂ ਦੇ ਪ੍ਰਭਾਵਾਂ ਤੋਂ ਮੁਕਤ ਹੋ ਕੇ ਸਮੇਂ ਦੇ ਨਾਲ ਚੰਗੀਆਂ ਅਤੇ ਸਾਫ਼ ਸੁਥਰੇ ਅਕਸ ਵਾਲੀਆਂ ਸਰਕਾਰਾਂ ਚੁਣਨ ਦੇ ਸਮਰੱਥ ਹੋ ਜਾਣਗੇ। ਪਰ ਪਿਛਲੇ 7 ਦਹਾਕਿਆਂ ਤੋਂ ਜੋ ਕੁਝ ਵੀ ਇਨ੍ਹਾਂ ਖੇਤਰਾਂ ਵਿੱਚ ਹੋਇਆ ਹੈ, ਉਨ੍ਹਾਂ ਵਿੱਚੋਂ ਬਹੁਤਾ ਕੁਝ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਦੇ ਉਲਟ ਹੀ ਕਿਹਾ ਜਾ ਸਕਦਾ ਹੈ। ਡੈਂਡੀ ਪੈਰਾ ਆਮ ਤੌਰ ਤੇ ਵੀ ਅਤੇ ਚੋਣਾਂ ਦੌਰਾਨ ਵੀ ਧਰਮਾਂ ਤੇ ਜਾਤਾਂ ਬਰਾਦਰੀਆਂ ਨੂੰ ਵਧੇਰੇ ਥਾਂ ਦਿੱਤੀ ਜਾਣ ਲੱਗੀ ਹੈ। ਡੈਂਡੀ ਬਾਹੂਬਲੀਆਂ ਦੀ ਚੌਧਰ ਬਣੀ ਨਜ਼ਰ ਆਉਂਦੀ ਹੈ। ਡੈਂਡੀ ਪੈਸੇ ਦੀ ਦੁਰਵਰਤੋਂ ਕਰਕੇ ਬਹੁਤੀ ਵਾਰ ਚੋਣਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਡੈਂਡੀ ਕੁਰਸੀ ਦੀ ਦੌੜ ਅਤੇ ਇਸ ਲਈ ਭੁੱਖ ਦੇ ਚਲਦਿਆਂ ਸਿਆਸਤਦਾਨ ਅਤੇ ਸਿਆਸੀ ਪਾਰਟੀਆਂ ਹਰ ਤਰ੍ਹਾਂ ਦੇ ਸਮਝੌਤੇ ਕਰਨ ਲਈ ਤਿਆਰ ਰਹਿੰਦੀਆਂ ਹਨ। ਡੈਂਡੀ ਜਿਹੜੇ ਗੱਠਜੋੜ ਬਣਦੇ ਹਨ ਜੋ ਮੌਕਾ ਪ੍ਰਸਤੀ ਦੀ ਖੇਡ ਵਿੱਚ ਮਸ਼ਗੂਲ ਹੋ ਜਾਂਦੇ ਹਨ। ਡੈਂਡੀ ਅਜਿਹੀਆਂ ਭਾਵਨਾਵਾਂ ਦਾ ਸੰਚਾਰ ਹੀ ਫਿਰਕੂ ਦੰਗਿਆਂ ਦਾ ਕਾਰਨ ਬਣਦਾ ਹੈ। ਡੈਂਡੀ ਜਾਤਾਂ ਬਰਾਦਰੀਆਂ ਵਿੱਚ ਦੁਸ਼ਮਣੀਆਂ ਵਧਾਉਂਦਾ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਅਪਣਾਏ ਗਏ ਸਿਧਾਂਤਾਂ ਨੂੰ ਵੱਡਾ ਖੋਰਾ ਲਾਉਣ ਵਿੱਚ ਸਹਾਈ ਹੁੰਦਾ ਹੈ। ਡੈਂਡੀ ਫੈਲੇ ਇਸ ਸਾਰੇ ਵਰਤਾਰੇ ਦਾ ਅਕਸ ਵੀ ਅੱਜ ਬਹੁਤੀਆਂ ਸਿਆਸੀ ਪਾਰਟੀਆਂ ਵਿੱਚ ਵੇਖਿਆ ਜਾ ਸਕਦਾ ਹੈ। ਡੈਂਡੀ ਕਿਸੇ ਨਾ ਕਿਸੇ ਢੰਗ ਨਾਲ ਸਥਾਪਤ ਹੋਏ ਆਗੂ ਆਪਣੀਆਂ ਮੱਲੀਆਂ ਕੁਰਸੀਆਂ ਛੱਡਣ ਲਈ ਕਦੇ ਵੀ ਤਿਆਰ ਨਹੀਂ ਹੁੰਦੇ। ਪਰ ਗੱਲ ਇੱਥੇ ਤੱਕ ਸੀਮਤ ਨਹੀਂ ਰਹਿੰਦੀ। ਡੈਂਡੀ ਉਹ ਇਨ੍ਹਾਂ ਕੌਮੀ ਅਤੇ ਪ੍ਰਾਂਤਕ ਪਾਰਟੀਆਂ ਤੇ ਕਬਜ਼ਾਦਾਰੀ ਹੋ ਕੇ ਇਨ੍ਹਾਂ ਨੂੰ ਆਪਣੀ ਜਾਗੀਰ ਸਮਝਣ ਲੱਗ ਪੈਂਦੇ ਹਨ। ਡੈਂਡੀ ਅਜਿਹੀ ਜਾਗੀਰ ਜਿਸ ਤੇ ਉਨ੍ਹਾਂ ਦੇ ਪੁੱਤਰਾਂ ਪੋਤਰਿਆਂ ਦੋਤਿਆਂ ਮਾਮਿਆਂ ਅਤੇ ਭਾਣਜਿਆਂ
ਦਾ ਹੀ ਕਬਜ਼ਾ ਹੋਵੇ ਅਤੇ ਇਸ ਦਾ ਬਹੁਤਾ ਹਿੱਸਾ ਉਹਨਾਂ ਵਿੱਚ ਹੀ ਵੰਡਿਆ ਜਾਵੇ। ਡੰਡੀ ਸਟਾਪ। ਵੈਲਕਮ punjabishorthand.com ਬੀ ਰੈਡੀ ਸਟਾਰਟ। ਆਜ਼ਾਦੀ ਤੋਂ ਬਾਅਦ ਜਿੱਥੇ ਦੇਸ਼ ਨੂੰ ਗਣਤੰਤਰੀ ਰਾਜ ਐਲਾਨਿਆ ਗਿਆ ਸੀ, ਉੱਥੇ ਲਿਖਤੀ ਸੰਵਿਧਾਨ ਵਿੱਚ ਸਾਰੇ ਸ਼ਹਿਰੀਆਂ ਨੂੰ ਇੱਕੋ ਜਿਹੇ ਅਧਿਕਾਰ ਦਿੱਤੇ ਗਏ ਸਨ। ਡੰਡੀ। ਇਸ ਵਿੱਚ ਧਰਮ, ਜਾਤ ਜਾਂ ਲਿੰਗ ਦਾ ਕੋਈ ਭੇਦਭਾਵ ਨਹੀਂ ਸੀ। ਡੰਡੀ। ਇੱਕ ਨਿਸ਼ਚਿਤ ਉਮਰ ਤੋਂ ਬਾਅਦ ਸਾਰੇ ਸ਼ਹਿਰੀਆਂ ਨੂੰ ਵੋਟ ਦੇ ਅਧਿਕਾਰ ਦਿੱਤੇ ਗਏ ਸਨ ਤਾਂ ਜੋ ਲੋਕਾਂ ਨੂੰ ਹਰ ਪੱਧਰ ਤੇ ਆਪਣੀ ਸਰਕਾਰ ਚੁਣਨ ਦੀ ਖੁੱਲ੍ਹ ਹੋਵੇ। ਡੰਡੀ। ਅਜਿਹੀਆਂ ਸਰਕਾਰਾਂ ਜੋ ਦੇਸ਼ ਵਾਸੀਆਂ ਦੀਆਂ ਸਮੁੱਚੀਆਂ ਭਾਵਨਾਵਾਂ ਅਤੇ ਲੋੜਾਂ ਨੂੰ ਸਮਝਦੇ ਹੋਏ ਮੁਲਕ ਦੇ ਵਿਕਾਸ ਲਈ ਪ੍ਰਤੀਬੱਧ ਹੋਣ। ਡੰਡੀ। ਚਾਹੇ ਸਭ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਮਿਲਣ ਤੋਂ ਬਾਅਦ ਇਹ ਪ੍ਰਭਾਵ ਵੀ ਪਰਪੱਕ ਹੁੰਦਾ ਦਿਖਾਈ ਦਿੰਦਾ ਸੀ ਕਿ ਸਿਆਸਤ ਵਿੱਚ ਅਤੇ ਚੋਣਾਂ ਵਿੱਚ ਆਮ ਲੋਕ ਹਰ ਤਰ੍ਹਾਂ ਦੇ ਪ੍ਰਭਾਵਾਂ ਤੋਂ ਮੁਕਤ ਹੋ ਕੇ ਸਮੇਂ ਦੇ ਨਾਲ ਚੰਗੀਆਂ ਅਤੇ ਸਾਫ਼ ਸੁਥਰੇ ਅਕਸ ਵਾਲੀਆਂ ਸਰਕਾਰਾਂ ਚੁਣਨ ਦੇ ਸਮਰੱਥ ਹੋ ਜਾਣਗੇ। ਪਰ ਪਿਛਲੇ 7 ਦਹਾਕਿਆਂ ਤੋਂ ਜੋ ਕੁਝ ਵੀ ਇਨ੍ਹਾਂ ਖੇਤਰਾਂ ਵਿੱਚ ਹੋਇਆ ਹੈ, ਉਹਨਾਂ ਵਿੱਚੋਂ ਬਹੁਤਾ ਕੁਝ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਦੇ ਉਲਟ ਹੀ ਕਿਹਾ ਜਾ ਸਕਦਾ ਹੈ। ਡੰਡੀ ਪੈਰਾ। ਆਮ ਤੌਰ ਤੇ ਵੀ ਅਤੇ ਚੋਣਾਂ ਦੌਰਾਨ ਵੀ ਧਰਮਾਂ ਤੇ ਜਾਤਾਂ ਬਰਾਦਰੀਆਂ ਨੂੰ ਵਧੇਰੇ ਥਾਂ ਦਿੱਤੀ ਜਾਣ ਲੱਗੀ ਹੈ। ਡੰਡੀ। ਬਾਹੂਬਲੀਆਂ ਦੀ ਚੌਧਰ ਬਣੀ ਨਜ਼ਰ ਆਉਂਦੀ ਹੈ। ਡੰਡੀ। ਪੈਸੇ ਦੀ ਦੁਰਵਰਤੋਂ ਕਰਕੇ ਬਹੁਤੀ ਵਾਰ ਚੋਣਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਡੰਡੀ। ਕੁਰਸੀ ਦੀ ਦੌੜ ਅਤੇ ਇਸ ਲਈ ਭੁੱਖ ਦੇ ਚਲਦਿਆਂ ਸਿਆਸਤਦਾਨ ਅਤੇ ਸਿਆਸੀ ਪਾਰਟੀਆਂ ਹਰ ਤਰ੍ਹਾਂ ਦੇ ਸਮਝੌਤੇ ਕਰਨ ਲਈ ਤਿਆਰ ਰਹਿੰਦੀਆਂ ਹਨ। ਡੰਡੀ। ਅਜਿਹੇ ਗੱਠਜੋੜ ਬਣਦੇ ਹਨ ਜੋ ਮੌਕਾ ਪ੍ਰਸਤੀ ਦੀ ਖੇਡ ਵਿੱਚ ਮਸ਼ਗੂਲ ਹੋ ਜਾਂਦੇ ਹਨ। ਡੰਡੀ। ਅਜਿਹੀਆਂ ਭਾਵਨਾਵਾਂ ਦਾ ਸੰਚਾਰ ਹੀ ਫਿਰਕੂ ਦੰਗਿਆਂ ਦਾ ਕਾਰਨ ਬਣਦਾ ਹੈ। ਡੰਡੀ। ਜਾਤਾਂ ਬਰਾਦਰੀਆਂ ਵਿੱਚ ਦੁਸ਼ਮਣੀਆਂ ਵਧਾਉਂਦਾ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਅਪਣਾਏ ਗਏ ਸਿਧਾਂਤਾਂ ਨੂੰ ਵੱਡਾ ਖੋਰਾ ਲਾਉਣ ਵਿੱਚ ਸਹਾਈ ਹੁੰਦਾ ਹੈ। ਡੰਡੀ। ਫੈਲੇ ਇਸ ਸਾਰੇ ਵਰਤਾਰੇ ਦਾ ਅਕਸ ਵੀ ਅੱਜ ਬਹੁਤੀਆਂ ਸਿਆਸੀ ਪਾਰਟੀਆਂ ਵਿੱਚ ਵੇਖਿਆ ਜਾ ਸਕਦਾ ਹੈ। ਡੰਡੀ। ਕਿਸੇ ਨਾ ਕਿਸੇ ਢੰਗ ਨਾਲ ਸਥਾਪਿਤ ਹੋਏ ਆਗੂ ਆਪਣੀਆਂ ਮੱਲੀਆਂ ਕੁਰਸੀਆਂ ਛੱਡਣ ਲਈ ਕਦੇ ਵੀ ਤਿਆਰ ਨਹੀਂ ਹੁੰਦੇ। ਪਰ ਗੱਲ ਇੱਥੇ ਤੱਕ ਹੀ ਸੀਮਤ ਨਹੀਂ ਰਹਿੰਦੀ। ਡੰਡੀ। ਉਹ ਇਹਨਾਂ ਕੌਮੀ ਅਤੇ ਪ੍ਰਾਂਤਕ ਪਾਰਟੀਆਂ ਤੇ ਕਬਜ਼ਾਧਾਰੀ ਹੋ ਕੇ ਇਹਨਾਂ ਨੂੰ ਆਪਣੀ ਜਗੀਰ ਸਮਝਣ ਲੱਗ ਪੈਂਦੇ ਹਨ। ਡੰਡੀ। ਅਜਿਹੀ ਜਗੀਰ ਜਿਸ ਤੇ ਉਹਨਾਂ ਦੇ ਪੁੱਤਰਾਂ, ਪੋਤਰਿਆਂ, ਦੋਤਰਿਆਂ, ਮਾਮਿਆਂ ਅਤੇ ਭਾਣਜਿਆਂ ਦਾ ਹੀ ਕਬਜ਼ਾ ਹੋਵੇ ਅਤੇ ਇਸ ਦਾ ਬਹੁਤਾ ਹਿੱਸਾ ਉਹਨਾਂ ਵਿੱਚ ਹੀ ਵੰਡਿਆ ਜਾਵੇ। ਡੰਡੀ। ਅੱਜ ਕੁਝ ਇੱਕ ਪਾਰਟੀਆਂ ਹੀ ਅਜਿਹੀ ਮਾਨਸਿਕਤਾ ਅਤੇ ਅਮਲਾਂ ਤੋਂ ਬਚੀਆਂ ਹਨ। ਡੰਡੀ। ਇਹੀ ਕਾਰਨ ਹੈ ਕਿ ਅੱਜ ਸਥਾਪਿਤ ਆਗੂਆਂ ਦੇ ਭਰਾ, ਪੁੱਤਰ, ਭਤੀਜੇ ਅਤੇ ਹੋਰ ਦੂਰ ਨੇੜੇ ਦੇ ਰਿਸ਼ਤੇਦਾਰ ਹੀ ਇਹਨਾਂ ਪਾਰਟੀਆਂ ਰੂਪੀ ਜਗੀਰਾਂ ਤੇ ਆਪਣਾ ਅਧਿਕਾਰ ਸਮਝਣ ਲੱਗ ਪਏ ਹਨ। ਡੰਡੀ। ਅਜਿਹਾ ਰੁਝਾਨ ਸਿਰਫ ਉੱਪਰਲੀ ਪੱਧਰ ਤੇ ਹੀ ਚੱਲਦਾ ਦਿਖਾਈ ਨਹੀਂ ਦਿੰਦਾ, ਸਗੋਂ ਖਰਬੂਜੇ ਨੂੰ ਦੇਖ ਕੇ ਖਰਬੂਜੇ ਦੇ ਰੰਗ ਬਦਲਣ ਵਾਂਗ ਅਜਿਹਾ ਨਿਗਾਰ ਹੇਠਲੇ ਪੱਧਰ ਤੱਕ ਵੀ ਪੁੱਜ ਗਿਆ ਹੈ। ਡੰਡੀ। ਇਸੇ ਕਰਕੇ ਅੱਜ ਪਾਰਟੀ ਲਈ ਸ਼ਿੱਦਤ ਅਤੇ ਇਮਾਨਦਾਰੀ ਨਾਲ ਕੰਮ
ਕਰਨ ਵਾਲੇ ਹੋਰ ਆਗੂਆਂ ਜਾਂ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਹੁੰਦੀ ਦਿਖਾਈ ਨਹੀਂ ਦਿੰਦੀ। ਸਟਾਪ। ਵੈਲਕਮ ਪੰਜਾਬੀ shorthand.com ਬੀ ਰੈਡੀ ਸਟਾਰਟ। ਆਜ਼ਾਦੀ ਤੋਂ ਬਾਅਦ ਜਿੱਥੇ ਦੇਸ਼ ਨੂੰ ਗਣਤੰਤਰੀ ਰਾਜ ਐਲਾਨਿਆ ਗਿਆ ਸੀ, ਉੱਥੇ ਲਿਖਤੀ ਸੰਵਿਧਾਨ ਵਿੱਚ ਸਾਰੇ ਸ਼ਹਿਰੀਆਂ ਨੂੰ ਇੱਕੋ ਜਿਹੇ ਅਧਿਕਾਰ ਦਿੱਤੇ ਗਏ ਸਨ। ਡੰਡੀ ਇਸ ਵਿੱਚ ਧਰਮ, ਜਾਤ ਜਾਂ ਲਿੰਗ ਦਾ ਕੋਈ ਭੇਦਭਾਵ ਨਹੀਂ ਸੀ। ਡੰਡੀ ਇੱਕ ਨਿਸ਼ਚਿਤ ਉਮਰ ਤੋਂ ਬਾਅਦ ਸਾਰੇ ਸ਼ਹਿਰੀਆਂ ਨੂੰ ਵੋਟ ਦੇ ਅਧਿਕਾਰ ਦਿੱਤੇ ਗਏ ਸਨ ਤਾਂ ਜੋ ਲੋਕਾਂ ਨੂੰ ਹਰ ਪੱਧਰ ਤੇ ਆਪਣੀ ਸਰਕਾਰ ਚੁਣਨ ਦੀ ਖੁੱਲ੍ਹ ਹੋਵੇ। ਡੰਡੀ ਅਜਿਹੀਆਂ ਸਰਕਾਰਾਂ ਜੋ ਦੇਸ਼ ਵਾਸੀਆਂ ਦੀਆਂ ਸਮੁੱਚੀਆਂ ਭਾਵਨਾਵਾਂ ਅਤੇ ਲੋੜਾਂ ਨੂੰ ਸਮਝਦੇ ਹੋਏ ਮੁਲਕ ਦੇ ਵਿਕਾਸ ਲਈ ਪ੍ਰਤੀਬੱਧ ਹੋਣ। ਡੰਡੀ ਚਾਹੇ ਸਭ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਮਿਲਣ ਤੋਂ ਬਾਅਦ ਇਹ ਪ੍ਰਭਾਵ ਵੀ ਪਰਪੱਕ ਹੁੰਦਾ ਦਿਖਾਈ ਦਿੰਦਾ ਸੀ ਕਿ ਸਿਆਸਤ ਵਿੱਚ ਅਤੇ ਚੋਣਾਂ ਵਿੱਚ ਆਮ ਲੋਕ ਹਰ ਤਰ੍ਹਾਂ ਦੇ ਪ੍ਰਭਾਵਾਂ ਤੋਂ ਮੁਕਤ ਹੋ ਕੇ ਸਮੇਂ ਦੇ ਨਾਲ ਚੰਗੀਆਂ ਤੇ ਸਾਫ਼ ਸੁਥਰੇ ਅਕਸ ਵਾਲੀਆਂ ਸਰਕਾਰਾਂ ਚੁਣਨ ਦੇ ਸਮਰੱਥ ਹੋ ਜਾਣਗੇ। ਪਰ ਪਿਛਲੇ 7 ਦਹਾਕਿਆਂ ਤੋਂ ਜੋ ਕੁਝ ਵੀ ਇਨ੍ਹਾਂ ਖੇਤਰਾਂ ਵਿੱਚ ਹੋਇਆ ਹੈ, ਉਹਨਾਂ ਵਿੱਚ ਬਹੁਤਾ ਕੁਝ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਦੇ ਉਲਟ ਹੀ ਕਿਹਾ ਜਾ ਸਕਦਾ ਹੈ। ਡੰਡੀ ਪੈਰਾ ਆਮ ਤੌਰ ਤੇ ਵੀ ਅਤੇ ਚੋਣਾਂ ਦੌਰਾਨ ਵੀ ਧਰਮਾਂ ਤੇ ਜਾਤਾਂ ਬਰਾਦਰੀਆਂ ਨੂੰ ਵਧੇਰੇ ਥਾਂ ਦਿੱਤੀ ਜਾਣ ਲੱਗੀ ਹੈ। ਡੰਡੀ ਬਾਹੂਬਲੀਆਂ ਦੀ ਚੌਧਰ ਬਣੀ ਨਜ਼ਰ ਆਉਂਦੀ ਹੈ। ਡੰਡੀ ਪੈਸੇ ਦੀ ਦੁਰਵਰਤੋਂ ਕਰਕੇ ਬਹੁਤੀ ਵਾਰ ਚੋਣਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਡੰਡੀ ਕੁਰਸੀ ਦੀ ਦੌੜ ਅਤੇ ਇਸ ਲਈ ਭੁੱਖ ਦੇ ਚਲਦਿਆਂ ਸਿਆਸਤਦਾਨ ਅਤੇ ਸਿਆਸੀ ਪਾਰਟੀਆਂ ਹਰ ਤਰ੍ਹਾਂ ਦੇ ਸਮਝੌਤੇ ਕਰਨ ਲਈ ਤਿਆਰ ਰਹਿੰਦੀਆਂ ਹਨ। ਡੰਡੀ ਅਜਿਹੇ ਗੱਠਜੋੜ ਬਣਦੇ ਹਨ ਜੋ ਮੌਕਾ ਪ੍ਰਸਤੀ ਦੀ ਖੇਡ ਵਿੱਚ ਮਸ਼ਗੂਲ ਹੋ ਜਾਂਦੇ ਹਨ। ਡੰਡੀ ਅਜਿਹੀਆਂ ਭਾਵਨਾਵਾਂ ਦਾ ਸੰਚਾਰ ਹੀ ਫਿਰਕੂ ਦੰਗਿਆਂ ਦਾ ਕਾਰਨ ਬਣਦਾ ਹੈ। ਡੰਡੀ ਜਾਤਾਂ ਬਰਾਦਰੀਆਂ ਵਿੱਚ ਦੁਸ਼ਮਣੀਆਂ ਵਧਾਉਂਦਾ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਅਪਣਾਏ ਗਏ ਸਿਧਾਂਤਾਂ ਨੂੰ ਵੱਡਾ ਖੌਰਾ ਲਾਉਣ ਵਿੱਚ ਸਹਾਈ ਹੁੰਦਾ ਹੈ। ਡੰਡੀ ਫੈਲੇ ਇਸ ਸਾਰੇ ਵਰਤਾਰੇ ਦਾ ਅਕਸ ਵੀ ਅੱਜ ਬਹੁਤੀਆਂ ਸਿਆਸੀ ਪਾਰਟੀਆਂ ਵਿੱਚ ਵੇਖਿਆ ਜਾ ਸਕਦਾ ਹੈ। ਡੰਡੀ ਕਿਸੇ ਨਾ ਕਿਸੇ ਢੰਗ ਨਾਲ ਸਥਾਪਿਤ ਹੋਏ ਆਗੂ ਆਪਣੀਆਂ ਮੱਲੀਆਂ ਕੁਰਸੀਆਂ ਛੱਡਣ ਲਈ ਕਦੇ ਵੀ ਤਿਆਰ ਨਹੀਂ ਹੁੰਦੇ, ਪਰ ਗੱਲ ਇੱਥੇ ਤੱਕ ਹੀ ਸੀਮਤ ਨਹੀਂ ਰਹਿੰਦੀ। ਡੰਡੀ ਉਹ ਇਨ੍ਹਾਂ ਕੌਮੀ ਅਤੇ ਪ੍ਰਾਂਤਕ ਪਾਰਟੀਆਂ ਤੇ ਕਬਜ਼ਾਧਾਰੀ ਹੋ ਕੇ ਇਨ੍ਹਾਂ ਨੂੰ ਆਪਣੀ ਜਗੀਰ ਸਮਝਣ ਲੱਗ ਪੈਂਦੇ ਹਨ। ਡੰਡੀ ਅਜਿਹੀ ਜਗੀਰ ਜਿਸ ਤੇ ਉਹਨਾਂ ਦੇ ਪੁੱਤਰਾਂ, ਪੋਤਰਿਆਂ, ਦੋਤਰਿਆਂ, ਮਾਮਿਆਂ ਅਤੇ ਭਾਣਜਿਆਂ ਦਾ ਹੀ ਕਬਜ਼ਾ ਹੋਵੇ ਅਤੇ ਇਸ ਦਾ ਬਹੁਤਾ ਹਿੱਸਾ ਉਹਨਾਂ ਵਿੱਚ ਹੀ ਵੰਡਿਆ ਜਾਵੇ। ਡੰਡੀ ਅੱਜ ਕੁਝ ਇੱਕ ਪਾਰਟੀਆਂ ਹੀ ਅਜਿਹੀ ਮਾਨਸਿਕਤਾ ਅਤੇ ਅਮਲਾਂ ਤੋਂ ਬਚੀਆਂ ਹਨ। ਡੰਡੀ ਇਹ ਹੀ ਕਾਰਨ ਹੈ ਕਿ ਅੱਜ ਸਥਾਪਿਤ ਆਗੂਆਂ ਦੇ ਭਰਾ, ਪੁੱਤਰ, ਭਤੀਜੇ ਅਤੇ ਹੋਰ ਦੂਰ ਨੇੜੇ ਦੇ ਰਿਸ਼ਤੇਦਾਰ ਹੀ ਇਨ੍ਹਾਂ ਪਾਰਟੀਆਂ ਰੂਪੀ ਜਗੀਰਾਂ ਤੇ ਆਪਣਾ ਅਧਿਕਾਰ ਸਮਝਣ ਲੱਗ ਪਏ ਹਨ। ਡੰਡੀ ਅਜਿਹਾ ਰੁਝਾਨ ਸਿਰਫ ਉੱਪਰਲੀ ਪੱਧਰ ਤੇ ਹੀ ਚੱਲਦਾ ਦਿਖਾਈ ਨਹੀਂ ਦਿੰਦਾ, ਸਗੋਂ ਖਰਬੂਜੇ ਨੂੰ ਦੇਖ ਕੇ ਖਰਬੂਜੇ ਦੇ ਰੰਗ ਬਦਲਣ ਵਾਂਗ ਅਜਿਹਾ ਨਿਗਾਰ ਹੇਠਲੇ ਪੱਧਰ ਤੱਕ ਵੀ ਪੁੱਜ ਗਿਆ ਹੈ। ਡੰਡੀ ਇਸੇ ਕਰਕੇ ਅੱਜ ਪਾਰਟੀ ਲਈ ਸ਼ਿੱਦਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਤੇ ਹੋਰ ਆਗੂਆਂ ਜਾਂ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਹੁੰਦੀ ਦਿਖਾਈ ਨਹੀਂ ਦਿੰਦੀ। ਡੰਡੀ ਅਜਿਹੀਆਂ ਵੱਡੀਆਂ ਕੌਮੀ ਪਾਰਟੀਆਂ ਵਿੱਚ ਕਾਂਗਰਸ ਪਹਿਲੇ ਨੰਬਰ ਤੇ ਆਉਂਦੀ ਹੈ, ਜਿਸ ਤੇ ਅਕਸਰ ਨਹਿਰੂ ਗਾਂਧੀ ਪਰਿਵਾਰ ਦਾ ਹੀ ਕਬਜ਼ਾ ਰਿਹਾ ਹੈ। ਡੰਡੀ ਬੇਸ਼ੱਕ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਇੱਕ ਮਹਾਨ ਕੌਮੀ ਆਗੂ ਸਨ,
ਪਰ ਉਹਨਾਂ ਵਿੱਚ ਅਜਿਹੀ ਭਾਵਨਾ ਦਿਖਾਈ ਨਹੀਂ ਸੀ ਦਿੰਦੀ। ਡੰਡੀ ਉਹਨਾਂ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣੇ ਸਨ, ਪਰ ਉਹਨਾਂ ਦੀ ਅਚਾਨਕ ਮੌਤ ਤੋਂ ਬਾਅਦ ਜਦੋਂ ਇਹ